You are watching Punjabi Whiteboard channel. ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਦਾ ਸਵਾਗਤ ਹੈ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਭਾਈ ਵੀਰ ਸਿੰਘ ਜੀ ਦੀਆਂ ਦੋ ਕਵਿਤਾਵਾਂ ਸਮਾਂ ਤੇ ਟੁਕੜੀ ਜਗ ਤੋਂ ਨਿਆਰੀ। ਇਹਨਾਂ ਕਵਿਤਾਵਾਂ ਦਾ ਪਾਠ, ਵਿਆਖਿਆ ਅਤੇ ਪ੍ਰਸ਼ਨ ਉੱਤਰ। ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ ਸੀ। ਆਪ ਜੀ ਆਧੁਨਿਕ ਕਵਿਤਾ ਦੇ ਮੋਢੀ ਕਵੀ ਹਨ। ਭਾਈ ਸਾਹਿਬ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ। ਇਹ ਗੁਰਬਾਣੀ ਤੋਂ ਪ੍ਰਭਾਵਿਤ ਹੈ। ਉਹ ਆਪਣੀ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ ਤੇ ਪਹੁੰਚਣ ਵਾਲੇ ਵਿਚਾਰ ਪੇਸ਼ ਕਰਦੇ ਹਨ। ਸਿੱਖ ਵਿਚਾਰਧਾਰਾ ਤੇ ਭਾਰਤੀ ਏਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹਨ। ਆਪ ਨੇ ਪ੍ਰਕਿਰਤੀ ਨੂੰ ਅਧਿਆਤਮਿਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵੀ ਵਰਤਿਆ ਹੈ। ਇਸੇ ਕਰਕੇ ਇਹਨਾਂ ਨੂੰ ਕੁਦਰਤ ਦਾ ਕਵੀ ਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਨੇ ਨਣਦ ਭਰਜਾਈ, ਰਾਣਾ ਸੂਰ ਸਿੰਘ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਣਾ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ ਤੇ ਕਈ ਹੋਰ ਕਾਵਿ ਪੁਸਤਕਾਂ ਦੀ ਰਚਨਾ ਕੀਤੀ। ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਤੇ ਉਹਨਾਂ ਨੂੰ ਭਾਰਤ ਸਾਹਿਤ ਅਕਾਡਮੀ ਦਾ ਅਵਾਰਡ ਵੀ ਮਿਲਿਆ। ਆਮ ਤੌਰ ਤੇ ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। 1957 ਦੇ ਵਿੱਚ ਆਪ ਅਕਾਲ ਚਲਾਣਾ ਕਰ ਗਏ। ਸਭ ਤੋਂ ਪਹਿਲਾਂ ਉਹਨਾਂ ਦੀ ਇੱਕ ਕਵਿਤਾ ਹੈ ਸਮਾਂ। ਇਸ ਕਵਿਤਾ ਵਿੱਚ ਆਏ ਔਖੇ ਸ਼ਬਦ ਅਤੇ ਉਹਨਾਂ ਦੇ ਅਰਥ ਇਸ ਪ੍ਰਕਾਰ ਹਨ। ਵਾਸਤੇ ਘੱਤਣਾ, ਤਰਲੇ ਪਾਉਣਾ, ਕੰਨੀ ਖਿਸਕਾਉਣਾ, ਪੱਲਾ ਛਡਾਉਣਾ, ਧਰੀਕ ਖਿੱਚਣਾ, ਅਟਕ ਰੁਕਾਵਟ, ਤਰੀਖੇ ਤੇਜ, ਵੇਗ ਰਫਤਾਰ, ਚਾਲ। ਜਾਚ ਦਾ ਮਤਲਬ ਹੁੰਦਾ ਤਰੀਕਾ, ਵੱਲ। ਹੁਣ ਦੇਖਦੇ ਹਾਂ ਸਮਾਂ ਕਵਿਤਾ ਦੀ ਵਿਆਖਿਆ। ਭਾਈ ਵੀਰ ਸਿੰਘ ਸਮਾਂ ਕਵਿਤਾ ਵਿੱਚ ਲਿਖਦੇ ਹਨ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਭਾਈ ਵੀਰ ਸਿੰਘ ਜੀ ਇਸਤਰੀ ਰੂਪ ਵਿੱਚ ਫਰਮਾਉਂਦੇ ਹਨ ਕਿ ਮੈਂ ਸਮੇਂ ਦੇ ਬੜੇ ਤਰਲੇ ਕੀਤੇ ਕਿ ਉਹ ਰੁਕ ਜਾਵੇ, ਪਰ ਸਮੇਂ ਨੇ ਮੇਰੀ ਕੋਈ ਗੱਲ ਨਹੀਂ ਮੰਨੀ। ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ। ਮੈਂ ਸਮੇਂ ਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ, ਰੋਕਣ ਦਾ ਯਤਨ ਕੀਤਾ, ਪਰ ਉਹ ਪੱਲਾ ਛੁਡਾ ਕੇ ਨਿਕਲ ਗਿਆ। ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ। ਮੈਂ ਸਮੇਂ ਦੇ ਰਸਤੇ ਦੇ ਵਿੱਚ ਜੋ ਵੀ ਰੁਕਾਵਟਾਂ ਖੜੀਆਂ ਕੀਤੀਆਂ, ਅਟਕਾਂ ਲਾਈਆਂ, ਉਹ ਸਾਰਿਆਂ ਨੂੰ ਭੰਨਦਾ ਹੋਇਆ ਅੱਗੇ ਲੰਘ ਗਿਆ। ਤਰੀਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ। ਇਸ ਤਰ੍ਹਾਂ ਸਮਾਂ ਆਪਣੀ ਤੇਜ਼ ਚਾਲ ਚੱਲਦਾ ਹੋਇਆ ਸਾਰੀਆਂ ਰੁਕਾਵਟਾਂ ਨੂੰ ਤੋੜਦਾ ਹੋਇਆ ਅੱਗੇ ਵੀ ਲੰਘਦਾ ਗਿਆ। ਤਾਂ ਭਾਈ ਵੀਰ ਸਿੰਘ ਨੇ ਸਮੇਂ ਨੂੰ ਰੋਕਣ ਦੇ ਲਈ ਬਹੁਤ ਯਤਨ ਕੀਤੇ, ਉਸ ਦੇ ਤਰਲੇ ਕੀਤੇ, ਉਸ ਨੂੰ ਫੜ ਕੇ ਰੱਖਣਾ ਚਾਹਿਆ, ਉਸ ਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ, ਪਰ ਸਮਾਂ ਆਪਣੀ ਤੇਜ਼ ਚਾਲ ਚੱਲਦਾ ਹੋਇਆ ਅੱਗੇ ਵੱਧਦਾ ਗਿਆ। ਆਖਰੀ 4 ਸਤਰਾਂ ਦੇ ਵਿੱਚ ਸਮੇਂ ਦੇ ਚਲਾਏਮਾਨ ਸੁਭਾਅ ਤੋਂ ਭਾਈ ਵੀਰ ਸਿੰਘ ਮਨੁੱਖ ਨੂੰ ਸਾਵਧਾਨ ਕਰਦੇ ਹਨ ਤੇ ਕਹਿੰਦੇ ਹਨ, ਹੋ ਅਜੇ ਵੀ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੜਦਾ ਜਾਮਦਾ। ਹੇ ਮਨੁੱਖ, ਇਸ ਸਮੇਂ ਦੀ ਸੰਭਾਲ ਕਰ, ਇਸ ਨੂੰ ਚੰਗੇ ਕੰਮਾਂ ਵਿੱਚ ਲਾ ਕੇ ਆਪਣੇ ਫਰਜ਼ ਪੂਰੇ ਕਰਕੇ ਸਫਲ ਕਰ ਲੈ। ਇਹ ਸਮਾਂ ਤੇਰੇ ਹੱਥੋਂ ਨਿਕਲਦਾ ਜਾ ਰਿਹਾ ਹੈ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਹ ਸਮੇਂ ਨੂੰ ਰੁਕਣ ਦਾ ਤਰੀਕਾ ਨਹੀਂ ਆਉਂਦਾ, ਇਸ ਨੂੰ ਰੁਕਣ ਦੀ ਜਾਚ ਨਹੀਂ ਆਉਂਦੀ। ਜੇਕਰ ਸਮਾਂ ਤੇਰੇ ਹੱਥੋਂ ਇੱਕ ਵਾਰ ਨਿਕਲ ਗਿਆ ਤਾਂ ਫਿਰ ਮੁੜ ਕੇ ਇਸ ਨੇ ਵਾਪਸ ਨਹੀਂ ਆਉਣਾ। ਸੋ ਇਸ ਦੇ ਵਿੱਚ ਭਾਈ ਵੀਰ ਸਿੰਘ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਉਸ ਨੂੰ ਚੰਗੇ ਕੰਮਾਂ ਦੇ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ। ਸਮੇਂ ਨੂੰ ਕਦੇ ਵੀ ਵਿਅਰਥ ਨਹੀਂ ਗਵਾਉਣਾ ਚਾਹੀਦਾ। ਅਗਰ ਅਸੀਂ ਸਮੇਂ ਨੂੰ ਬਰਬਾਦ ਕਰਦੇ ਹਾਂ ਤਾਂ ਇੱਕ ਦਿਨ ਸਮਾਂ ਵੀ ਸਾਨੂੰ ਬਰਬਾਦ ਕਰ ਦਿੰਦਾ ਹੈ। ਇਸ ਪ੍ਰਕਾਰ ਸਮੇਂ ਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਉਸ ਦਾ ਜਿਹੜਾ ਸਮਾਂ ਸਾਡੇ ਹੱਥ ਦੇ ਵਿੱਚ ਹੈ ਉਸ ਨੂੰ ਜਿਹੜਾ ਹੈ ਚੰਗੇ ਕੰਮਾਂ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ। ਭਾਈ ਵੀਰ ਸਿੰਘ ਦੀ ਦੂਜੀ ਕਵਿਤਾ ਹੈ ਟੁਕੜੀ ਜਗ ਤੋਂ ਨਿਆਰੀ। ਇਸ ਕਵਿਤਾ ਦੇ ਔਖੇ ਸ਼ਬਦਾਂ ਦੇ ਅਰਥ ਇਸ ਪ੍ਰਕਾਰ ਹਨ। ਅਰਸ਼ਾਂ ਭਾਵ ਆਕਾਸ਼, ਸ਼ਹਿਬਰ ਛਾਇਆ ਹੋਇਆ ਜਾਂ ਝੜੀ ਲਾ ਕੇ ਵਰਸਦਾ ਹੋਇਆ, ਟਿੱਬੇ ਰੇਤ ਦਾ ਟਿੱਲਾ, ਕਰੇਵੇ ਉੱਚੇ ਟਿੱਬੇ, ਸੁਹਾਇਆ ਸ਼ੋਭਾ ਵਾਲਾ ਸੁੰਦਰ,
ਚਸ਼ਮੇ ਪਾਣੀ ਦਾ ਸਰੋਤ, ਝੀਲ ਨਜ਼ਾਰੇ ਦ੍ਰਿਸ਼, ਟੁਕੜੀ ਛੋਟਾ ਜਿਹਾ ਹਿੱਸਾ, ਜੱਗ ਕਹਿੰਦੇ ਨੇ ਸੰਸਾਰ ਨੂੰ, ਨਿਆਰੀ ਭਾਵ ਵੱਖਰੀ, ਜੁਦਾ ਜਾਂ ਅਲੱਗ, ਰਮਜ ਇਸ਼ਾਰਾ, ਅਰਸ਼ ਆਸਮਾਨ। ਹੁਣ ਦੇਖਦੇ ਹਾਂ ਟੁਕੜੀ ਜਗ ਤੋਂ ਨਿਆਰੀ ਕਵਿਤਾ ਦੀ ਵਿਆਖਿਆ। ਭਾਈ ਵੀਰ ਸਿੰਘ ਇਸ ਕਵਿਤਾ ਵਿੱਚ ਲਿਖਦੇ ਹਨ, ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ। ਕਸ਼ਮੀਰ ਦੀ ਸੁੰਦਰਤਾ ਦੇਖ ਕੇ ਭਾਈ ਵੀਰ ਸਿੰਘ ਨੇ ਕਵਿਤਾ ਲਿਖੀ ਹੈ। ਉੱਥੋਂ ਦੀ ਧਰਤੀ ਦੀ ਸੁੰਦਰਤਾ ਦੇਖ ਕੇ ਕਵੀ ਮਹਿਸੂਸ ਕਰਦਾ ਹੈ ਜਿਵੇਂ ਕੁਦਰਤ ਦੀ ਦੇਵੀ ਆਕਾਸ਼ ਵਿੱਚ ਖੇਡ ਰਹੀ ਹੋਵੇ। ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ੈਬਰ ਲਾਈ। ਤਾਂ ਉਹ ਆਕਾਸ਼ ਦੇ ਹੁਸਨ ਮੰਡਲ ਵਿੱਚ ਖੇਡ ਰਹੀ ਹੈ ਕੁਦਰਤੀ ਦੇਵੀ, ਜਿਸ ਨੇ ਉੱਥੇ ਸੁੰਦਰਤਾ ਦੀ ਝੜੀ ਲਾਈ ਹੋਈ ਹੈ, ਖੁਸ਼ੀਆਂ ਦੀ ਵਰਖਾ ਕੀਤੀ ਹੋਈ ਹੈ, ਰੌਣਕਾਂ ਦੀ ਝੜੀ ਲਾਈ ਹੋਈ ਹੈ। ਦੌੜੀ ਨੇ ਇੱਕ ਮੁੱਠ ਭਰ ਲਿੱਤੀ, ਇਸ ਵਿੱਚ ਕੀ ਆਇਆ। ਜਦੋਂ ਕੁਦਰਤ ਦੇਵੀ ਸੁੰਦਰਤਾ ਦੇ ਮੰਡਲ ਵਿੱਚ ਦੌੜ ਰਹੀ ਸੀ ਤਾਂ ਉਸਨੇ ਸੁੰਦਰਤਾ ਦੇ ਮੰਡਲ ਵਿੱਚੋਂ ਇੱਕ ਮੁੱਠੀ ਭਰ ਲਈ। ਉਸ ਦੀ ਮੁੱਠੀ ਦੇ ਵਿੱਚ ਕੀ ਸੀ, ਅਗਲੀ ਸਤਰ ਵਿੱਚ ਭਾਈ ਵੀਰ ਸਿੰਘ ਦੱਸਦੇ ਹਨ। ਪਰਬਤ ਟਿੱਬੇ ਕਰੇਵੇ ਵਿੱਚ ਮੈਦਾਨ ਸੁਹਾਇਆ। ਉਸਨੇ ਜਦੋਂ ਹੁਸਨ ਮੰਡਲ ਵਿੱਚੋਂ ਮੁੱਠੀ ਭਰੀ ਤਾਂ ਉਸ ਵਿੱਚ ਪਰਬਤ ਟਿੱਬੇ ਸੋਹਣੇ ਮੈਦਾਨ ਉਸ ਦੀ ਮੁੱਠੀ ਦੇ ਵਿੱਚ ਆ ਗਏ। ਇਸ ਤੋਂ ਬਾਅਦ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ। ਇੰਨਾ ਹੀ ਨਹੀਂ, ਉਸ ਦੀ ਮੁੱਠੀ ਦੇ ਵਿੱਚ ਚਸ਼ਮੇ ਨਾਲੇ ਨਦੀਆਂ ਝੀਲਾਂ ਤੇ ਸਮੁੰਦਰ ਵੀ ਆ ਗਏ। ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਿਹੇ ਸੁੰਦਰ। ਇਸ ਤੋਂ ਇਲਾਵਾ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਾਗ ਫੁੱਲ ਬਗੀਚੇ ਸੋਹਣੇ ਜੰਗਲ ਵੀ ਉਸ ਦੀ ਮੁੱਠੀ ਦੇ ਵਿੱਚ ਆ ਗਏ। ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ। ਜਦੋਂ ਕੁਦਰਤ ਦੇਵੀ ਨੇ ਸੁੰਦਰਤਾ ਦੇ ਮੰਡਲ ਵਿੱਚੋਂ ਦੌੜਦਿਆਂ ਹੋਇਆ ਇੱਕ ਮੁੱਠੀ ਭਰੀ ਤਾਂ ਉਸ ਦੀ ਮੁੱਠੀ ਦੇ ਵਿੱਚ ਬਰਫਾਂ ਮੀਂਹ ਧੁੱਪਾਂ ਬੱਦਲ ਰੁੱਤਾਂ ਤੇ ਤਰ੍ਹਾਂ ਦੇ ਮੇਵੇ ਵੀ ਉਸ ਦੀ ਮੁੱਠੀ ਦੇ ਵਿੱਚ ਆ ਗਏ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਦੇ ਵਿੱਚ ਸਾਰੇ। ਇਸ ਤੋਂ ਇਲਾਵਾ ਬਹੁਤ ਸਾਰੇ ਅਸਮਾਨ ਦੇ ਵਿੱਚ ਰਹਿਣ ਵਾਲੇ ਨਜ਼ਾਰੇ ਉਸ ਦੀ ਮੁੱਠੀ ਦੇ ਵਿੱਚ ਆ ਗਏ। ਇਸ ਤਰ੍ਹਾਂ ਦੇ ਕੁਦਰਤੀ ਨਜ਼ਾਰੇ ਜਿਹੜੇ ਸਾਨੂੰ ਅਸਮਾਨ ਦੇ ਵਿੱਚ ਨਜ਼ਰ ਆਉਂਦੇ ਹਨ ਉਹ ਵੀ ਉਸਨੇ ਮੁੱਠੀ ਦੇ ਵਿੱਚ ਭਰ ਲਏ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ। ਇੱਥੇ ਸੋਹਣੀ ਸ਼ਬਦ ਕੁਦਰਤੀ ਦੇਵੀ ਲਈ ਆਇਆ ਹੈ। ਤਾਂ ਭਾਈ ਵੀਰ ਸਿੰਘ ਕਹਿੰਦੇ ਹਨ ਕਿ ਫਿਰ ਸੁੰਦਰਤਾ ਦੀ ਦੇਵੀ ਨੇ ਆਕਾਸ਼ ਦੇ ਵਿੱਚ ਖਲੋ ਕੇ ਧਰਤੀ ਵੱਲ ਹੇਠਾਂ ਤੱਕਿਆ, ਦੇਖਿਆ। ਇਹ ਮੁੱਠੀ ਖੁੱਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਕੁਦਰਤੀ ਦੇਵੀ ਨੇ ਆਪਣੀ ਮੁੱਠੀ ਖੋਲ੍ਹ ਦਿੱਤੀ ਤੇ ਧਰਤੀ ਦੇ ਵੱਲ ਤੱਕ ਕੇ ਇਹ ਸਾਰੇ ਨਜ਼ਾਰੇ ਉਸਨੇ ਹੇਠਾਂ ਸੁੱਟ ਦਿੱਤੇ। ਦੱਸਣ ਦੀ ਲੋੜ ਨਹੀਂ ਕਿ ਇਹ ਨਜ਼ਾਰੇ ਕਿੱਥੇ ਡਿੱਗੇ, ਕਸ਼ਮੀਰ ਦੀ ਧਰਤੀ ਉੱਤੇ। ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠੀ ਡਿੱਗੀ ਸਾਰੀ, ਕੁਦਰਤ ਦੇਵੀ ਨੇ ਸੁੰਦਰਤਾ ਦੇ ਮੰਡਲ ਵਿੱਚੋਂ ਜਿਹੜੀ ਮੁੱਠੀ ਭਰੀ ਸੀ ਉਸ ਦੇ ਵਿੱਚ ਜਿਹੜੇ ਨਜ਼ਾਰੇ ਸਨ ਉਹ ਉਸ ਨੇ ਖੋਲ੍ਹ ਕੇ ਧਰਤੀ ਦੇ ਵੱਲ ਸੁੱਟ ਦਿੱਤੇ ਤੇ ਜਿੱਥੇ ਉਹ ਡਿੱਗੀ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਤਾਂ ਜਿਸ ਥਾਂ ਤੇ ਉਹ ਮੁੱਠੀ ਦੇ ਨਜ਼ਾਰੇ ਡਿੱਗੇ ਉਹ ਥਾਂ ਕਸ਼ਮੀਰ ਬਣ ਗਿਆ ਤੇ ਕਸ਼ਮੀਰ ਦੀ ਇਹ ਧਰਤੀ ਟੁਕੜੀ ਜਿਹੜੀ ਹੈ ਦੁਨੀਆ ਦੇ ਵਿੱਚ ਸਭ ਤੋਂ ਨਿਆਰੀ ਭਾਵ ਵੱਖਰੀ ਹੈ, ਕਿਉਂਕਿ ਇਹ ਸੁੰਦਰਤਾ ਹੈ। ਕਸ਼ਮੀਰ ਦੀ ਧਰਤੀ ਨੂੰ ਸਵਰਗ ਦੇ ਸਮਾਨ ਸਮਝਿਆ ਜਾਂਦਾ ਹੈ। ਤਾਂ ਇਸ ਕਰਕੇ ਕਵੀ ਨੇ ਇਸ ਧਰਤੀ ਜਿਹੜੇ ਕਸ਼ਮੀਰ ਦੇ ਨਜ਼ਾਰੇ ਹਨ ਉੱਥੋਂ ਦੀ ਧਰਤੀ ਹੈ ਉਹਨਾਂ ਦਾ ਵਰਣਨ ਇਸ ਕਵਿਤਾ ਦੇ ਵਿੱਚ ਕੀਤਾ ਹੈ ਤੇ ਕੁਦਰਤ ਉੱਥੋਂ ਦੀ ਜਿਹੜੀ ਸੁੰਦਰਤਾ ਹੈ ਉਸ ਨੂੰ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ। ਧਰਤੀ ਪਰ ਸੁਹਸ਼ਮਾਨੀ ਸੁੰਦਰਤਾ ਵਿੱਚ ਲਿਸ਼ਕੇ। ਕਸ਼ਮੀਰ ਦੀ ਸੁੰਦਰਤਾ ਦੇਖ ਕੇ ਕਵੀ ਕਹਿੰਦਾ ਹੈ ਕਿ ਹੈ ਤਾਂ ਇਹ ਧਰਤੀ ਦਾ ਹੀ ਇੱਕ ਹਿੱਸਾ, ਪਰ ਇਸ ਨੂੰ ਰੱਬ ਦੀ ਛੋਹ ਪ੍ਰਾਪਤ ਹੈ ਤੇ ਇਹ ਛੋਹ ਇਸ ਦੀ ਸੁੰਦਰਤਾ ਵਿੱਚ ਵੀ ਲਿਸ਼ਕਾਰੇ ਮਾਰਦੀ ਹੈ। ਧਰਤੀ ਦੇ ਰਸ ਸਵਾਦ ਨਜ਼ਾਰੇ ਰਾਮਜ ਅਰਸ਼ ਦੀ ਕਸਕੇ। ਤਾਂ ਇਹ ਜਿਹੜੀ ਧਰਤੀ ਹੈ ਇਸ ਦੇ ਧਰਤੀ ਦੇ ਰਸ ਸਵਾਦ ਤੇ ਨਜ਼ਾਰਿਆਂ ਵਿੱਚੋਂ ਉਸ ਪ੍ਰਮਾਤਮਾ ਦੇ ਭੇਦ ਸਾਨੂੰ ਨਜ਼ਰ ਆਉਂਦੇ ਹਨ। ਤਾਂ ਇਸ ਤਰ੍ਹਾਂ ਕਵੀ ਹੈ ਜਿਹੜਾ ਕਸ਼ਮੀਰ ਦੀ ਧਰਤੀ ਦੀ ਤੁਲਨਾ ਸੁਰਗ ਦੇ ਨਾਲ ਕਰਦਾ ਹੈ ਤੇ ਦੱਸਦਾ ਹੈ ਕਿ ਕਸ਼ਮੀਰ ਦੀ ਧਰਤੀ ਸੁਰਗ ਦੇ ਸਮਾਨ ਹੈ। ਇਸ ਦੀ ਸੁੰਦਰਤਾ ਇਸ ਦੀ ਸੁੰਦਰਤਾ ਦੇ ਵਿੱਚੋਂ ਉਸ ਕਾਦਰ ਦੇ ਉਸ ਪ੍ਰਮਾਤਮਾ ਦੇ ਉਸ ਪਾਲਣਹਾਰ ਦੇ ਸਾਨੂੰ ਦਰਸ਼ਨ ਹੁੰਦੇ ਹਨ। ਸੋ ਇਹ ਸੀਗੀਆਂ ਭਾਈ ਵੀਰ ਸਿੰਘ ਦੀਆਂ ਦੋ ਕਵਿਤਾਵਾਂ ਸਮਾਂ ਤੇ ਟੁਕੜੀ ਜਗ ਤੋਂ ਨਿਆਰੀ।
ਇਹਨਾਂ ਦੀ ਵਿਆਖਿਆ। ਆਓ ਹੁਣ ਇਹਨਾਂ ਕਵਿਤਾਵਾਂ ਤੇ ਆਧਾਰਿਤ ਪ੍ਰਸ਼ਨ ਉੱਤਰ ਦੇਖਦੇ ਹਾਂ। ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ? ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕਿਹਾ ਹੈ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ। ਇਹ ਨਾ ਹੀ ਰੁਕਦਾ ਹੈ ਤੇ ਨਾ ਹੀ ਇੱਕ ਵਾਰ ਲੰਘਿਆ ਸਮਾਂ ਕਦੇ ਵਾਪਸ ਆਉਂਦਾ ਹੈ। ਇਸ ਲਈ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਕਵੀ ਕਿਸ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਅਗਲਾ ਪ੍ਰਸ਼ਨ ਹੈ, ਇਸ ਦਾ ਉੱਤਰ ਹੈ ਕਵੀ ਸਮੇਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਨ, ਹੱਥ ਵਿੱਚੋਂ ਕੌਣ ਨਿਕਲ ਰਿਹਾ ਹੈ? ਤਾਂ ਸਮਾਂ ਕਵਿਤਾ ਦੇ ਅਨੁਸਾਰ ਹੱਥ ਵਿੱਚੋਂ ਸਮਾਂ ਨਿਕਲ ਰਿਹਾ ਹੈ। ਸਮੇਂ ਨੂੰ ਕਿਸ ਦਾ ਵੱਲ ਨਹੀਂ ਆਉਂਦਾ? ਤਾਂ ਸਮੇਂ ਨੂੰ ਰੁਕਣ ਦਾ, ਠਹਿਰਨ ਦੀ ਜਾਚ ਹੈ ਜਿਹੜੀ ਨਹੀਂ ਆਉਂਦੀ, ਠਹਿਰਨ ਦਾ ਵੱਲ ਨਹੀਂ ਆਉਂਦਾ। ਉਹ ਅਜੇ ਵੀ ਸੰਭਾਲੇ ਸਮੇਂ ਨੂੰ, ਕਰ ਸਫਲ ਉੱਡਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਸ ਪੈਰੇ ਨੂੰ ਪੜ੍ਹ ਕੇ ਉੱਤਰ ਦੇਣੇ ਹਨ। ਉਪਰੋਕਤ ਸਤਰਾਂ ਵਿੱਚ ਕਵੀ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਡਰ ਹੈ? ਇਸ ਦਾ ਉੱਤਰ ਹੈ ਕਵੀ ਦੇ ਮਨ ਵਿੱਚ ਇਸ ਗੱਲ ਦਾ ਡਰ ਹੈ ਕਿ ਲੰਘ ਗਿਆ ਸਮਾਂ ਕਦੇ ਵੀ ਮੁੜ ਕੇ ਵਾਪਸ ਨਹੀਂ ਆਵੇਗਾ। ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਮੇਂ ਦੇ ਹਰ ਪਲ ਦੀ ਕਦਰ ਕਰਦਿਆਂ ਹੋਇਆਂ ਇਸੇ ਸਮੇਂ ਵਾਂਗ ਸਾਨੂੰ ਹਰਕਤ ਵਿੱਚ ਰਹਿਣਾ ਚਾਹੀਦਾ ਹੈ, ਗਤੀਸ਼ੀਲ ਰਹਿਣਾ ਚਾਹੀਦਾ ਹੈ, ਕੰਮ ਕਰਦੇ ਰਹਿਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਹੈ, ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਇਸ ਦਾ ਉੱਤਰ ਹੈ ਕਵੀ ਸਮੇਂ ਨੂੰ ਰੋਕਣ ਲਈ ਉਸ ਦੇ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਦਾ ਹੈ। ਕਵੀ ਸਮੇਂ ਨੂੰ ਰੋਕਣ ਲਈ ਉਸ ਦੀਆਂ ਮਿੰਨਤਾਂ ਕਰਦਾ ਹੈ, ਤਰਲੇ ਕਰਦਾ ਹੈ ਅਤੇ ਉਸ ਨੂੰ ਫੜ ਕੇ ਵੀ ਆਪਣੇ ਕੋਲੇ ਰੱਖਣ ਦਾ ਯਤਨ ਕਰਦਾ ਹੈ, ਪਰ ਉਸ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ਅਸਫਲ ਹੋ ਜਾਂਦੀਆਂ ਹਨ। ਸਮਾਂ ਕਵਿਤਾ ਦਾ ਸੰਖੇਪ ਸਾਰ ਲਿਖੋ। ਤਾਂ ਸਮਾਂ ਕਵਿਤਾ ਵਿੱਚ ਭਾਈ ਵੀਰ ਸਿੰਘ ਸਮੇਂ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਸਮਾਂ ਨਿਰੰਤਰ ਚਾਲ ਚੱਲਦਾ ਰਹਿੰਦਾ ਹੈ, ਇਹ ਕਦੇ ਰੁਕਦਾ ਨਹੀਂ ਹੈ। ਇਸ ਦੇ ਰਸਤੇ ਦੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਖੜੀਆਂ ਕਰੋ, ਚਾਹੇ ਇਸ ਨੂੰ ਫੜ ਕੇ ਰੱਖਣ ਦਾ ਯਤਨ ਕਰੋ ਜਾਂ ਇਸ ਦੀਆਂ ਮਿੰਨਤਾਂ ਕਰੋ, ਇਹ ਸਾਰੀਆਂ ਰੁਕਾਵਟਾਂ ਨੂੰ ਤੋੜਦਾ ਹੋਇਆ ਅੱਗੇ ਹੀ ਲੰਘਦਾ ਜਾਂਦਾ ਹੈ, ਆਪਣੀ ਤੇਜ਼ ਚਾਲ ਚੱਲਦਾ ਹੋਇਆ ਅੱਗੇ ਵੱਧਦਾ ਜਾਂਦਾ ਹੈ। ਸੋ ਸਮੇਂ ਨੂੰ ਸਾਨੂੰ ਸਮੇਂ ਦਾ ਹਮੇਸ਼ਾ ਸਦ ਉਪਯੋਗ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਵਾਰ ਲੰਘਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਹੁਣ ਅਗਲੇ ਪ੍ਰਸ਼ਨ ਹਨ, ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦੇ ਆਧਾਰ 'ਤੇ ਕਿਸ ਨੂੰ ਤੇ ਕੀ ਅਰਸ਼ਾਂ ਵਿੱਚ ਨਜ਼ਰ ਆਇਆ? ਕਵੀ ਨੂੰ ਭਾਈ ਵੀਰ ਸਿੰਘ ਨੂੰ ਅਰਸ਼ਾਂ ਦੇ ਵਿੱਚ ਕੁਦਰਤ ਦੀ ਦੇਵੀ ਨਜ਼ਰ ਆਈ। ਅਰਸ਼ਾਂ ਵਿੱਚ ਕੁਦਰਤ ਦੇਵੀ ਦੀ ਮੁੱਠੀ ਵਿੱਚ ਕੀ ਸੀ? ਕੁਦਰਤ ਦੇਵੀ ਦੀ ਮੁੱਠੀ ਵਿੱਚ ਪਰਬਤ, ਟਿੱਬੇ, ਮੈਦਾਨ, ਚਸ਼ਮੇ, ਨਦੀਆਂ, ਨਾਲੇ, ਝੀਲਾਂ, ਠੰਡੀਆਂ ਛਾਵਾਂ, ਮਿੱਠੀਆਂ ਹਵਾਵਾਂ, ਸੋਹਣੇ ਜੰਗਲ, ਧੁੱਪਾਂ, ਬਰਫਾਂ, ਮੀਂਹ, ਬੱਦਲ, ਰੁੱਤਾਂ ਤੇ ਮੇਵੇ ਸਨ। ਅਰਸ਼ੀ ਨਜ਼ਾਰੇ ਤੋਂ ਕੀ ਭਾਵ ਹੈ? ਅਰਸ਼ੀ ਨਜ਼ਾਰਿਆਂ ਤੋਂ ਭਾਵ ਅਸਮਾਨ ਦੇ ਨਜ਼ਾਰਿਆਂ ਤੋਂ ਹੈ। ਅਰਸ਼ ਦੇ ਨਜ਼ਾਰੇ ਸਿਰਫ ਅਸਮਾਨ ਵਿੱਚ ਹੀ ਮਿਲਦੇ ਹਨ, ਇਹ ਧਰਤੀ 'ਤੇ ਸੰਭਵ ਨਹੀਂ ਹੁੰਦੇ। ਸੋਹਣੀ ਸ਼ਬਦ ਕਿਸ ਲਈ ਵਰਤਿਆ ਗਿਆ ਹੈ? ਸੋਹਣੀ ਸ਼ਬਦ ਕੁਦਰਤ ਦੇਵੀ ਲਈ ਵਰਤਿਆ ਗਿਆ ਹੈ। ਟੁਕੜੀ ਜੱਗ ਤੋਂ ਨਿਆਰੀ ਕਿੱਥੋਂ ਦੀ ਧਰਤੀ ਨੂੰ ਕਿਹਾ ਗਿਆ ਹੈ? ਟੁਕੜੀ ਜੱਗ ਤੋਂ ਨਿਆਰੀ ਕਸ਼ਮੀਰ ਦੀ ਧਰਤੀ ਨੂੰ ਕਿਹਾ ਗਿਆ ਹੈ। ਦੌੜੀ ਨੇ ਇੱਕ ਮੁੱਠ ਭਰ ਲੀਤੀ, ਇਸ ਵਿੱਚ ਕੀ ਆਇਆ? ਪਰਬਤ, ਟਿੱਬੇ ਅਤੇ ਕਰੇਵੇ ਵਿੱਚ ਮੈਦਾਨ ਸੁਹਾਇਆ। ਸੋ ਇਹਨਾਂ ਇਸ ਪੈਰੇ ਨੂੰ ਪੜ੍ਹ ਕੇ ਅਸੀਂ ਕੁਝ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਇਹ ਕਾਵਿ ਟੁਕੜੀ ਕਿਸ ਕਵੀ ਦੀ ਹੈ? ਤਾਂ ਇਹ ਕਾਵਿ ਟੁਕੜੀ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ। ਇਹ ਕਿਸ ਨੇ ਮੁੱਠੀ ਭਰ ਲਈ? ਕੁਦਰਤ ਦੇਵੀ ਨੇ ਹੁਸਨ ਮੰਡਲ ਵਿੱਚੋਂ ਮੁੱਠੀ ਭਰ ਲਈ। ਇਹਨਾਂ ਤੁਕਾਂ ਨੂੰ ਕਿਹੜੇ ਪ੍ਰਸੰਗ ਵਿੱਚ ਵਰਤਿਆ ਗਿਆ ਹੈ? ਇਹਨਾਂ ਤੁਕਾਂ ਨੂੰ ਰਹੱਸਮਈ ਸੁੰਦਰਤਾ ਦੇ ਪ੍ਰਸੰਗ ਵਿੱਚ ਵਰਤਿਆ ਗਿਆ ਹੈ। ਪਾਠ ਦੇ ਆਧਾਰ 'ਤੇ ਅਸੀਂ ਸਹੀ ਜਾਂ ਗਲਤ ਦੱਸਣਾ ਹੈ। ਸਮਾਂ ਰੁਕਣ ਦੀ ਜਾਚ ਨਹੀਂ ਜਾਣਦਾ, ਇਹ ਗੱਲ ਠੀਕ ਹੈ। ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਸੋਹਣੀ ਨੇ ਮੁੱਠੀ ਵਿਚਲੀ ਵਸਤੂ ਅਸਮਾਨ ਵੱਲ ਸੁੱਟ ਦਿੱਤੀ, ਇਹ ਗਲਤ ਹੈ। ਉਸਨੇ ਜਿਹੜੀ ਮੁੱਠੀ ਵਿਚਲੀਆਂ ਚੀਜ਼ਾਂ ਸਨ ਉਹਨਾਂ ਨੂੰ ਧਰਤੀ ਉੱਪਰ ਸੁੱਟਿਆ, ਜਿਹੜੀ ਕਿ ਜਗ੍ਹਾ ਕਸ਼ਮੀਰ ਬਣ ਗਈ। ਕੁਦਰਤ ਦੇਵੀ ਨੇ ਹੌਲੀ ਹੌਲੀ ਚੱਲ ਕੇ ਮੁੱਠੀ ਭਰ ਲਈ, ਇਹ ਵੀ ਗਲਤ ਹੈ। ਦੌੜ ਕੇ, ਕਵੀ ਦੇ ਅਨੁਸਾਰ ਉਸਨੇ ਦੌੜ ਕੇ ਜਿਹੜੀ ਮੁੱਠੀ ਭਰੀ ਸੀ। ਅਰਸ਼ਾਂ ਦਾ ਨਜ਼ਾਰਾ ਬਹੁਤ ਸੁੰਦਰ ਸੀ, ਇਹ ਗੱਲ ਹੈ ਜਿਹੜੀ ਠੀਕ ਹੈ, ਇਹ ਵਾਕ ਠੀਕ ਹੈ। ਅਸਮਾਨੀ ਛੂਹ ਕਾਰਨ ਧਰਤੀ ਸੁੰਦਰ ਬਣ ਗਈ, ਇਹ ਵੀ ਗੱਲ ਠੀਕ ਹੈ।
ਅੱਗੇ ਕੁਝ ਸਾਨੂੰ ਸ਼ਬਦ ਦਿੱਤੇ ਹੋਏ ਹਨ। ਸਮਾਂ, ਫੜ ਕੇ, ਵਰਤੋਂ, ਕੁਦਰਤੀ ਤੇ ਤਰਲੇ। ਇਹਨਾਂ ਦਾ ਪ੍ਰਯੋਗ ਕਰਕੇ ਅਸੀਂ ਖਾਲੀ ਥਾਵਾਂ ਭਰਨੀਆਂ ਹਨ। ਪਹਿਲਾ ਹੈ ਸਮੇਂ ਨੂੰ ਡੈਸ਼ ਨਹੀਂ ਰੱਖਿਆ ਜਾ ਸਕਦਾ, ਤਾਂ ਇਸ ਦੇ ਵਿੱਚ ਆਏਗਾ ਫੜ ਕੇ। ਡੈਸ਼ ਹੱਥ ਵਿੱਚੋਂ ਖਿਸਕਦਾ ਜਾਂਦਾ ਹੈ, ਇਸ ਵਿੱਚ ਆਏਗਾ ਜੀ ਸਮਾਂ। ਤੀਸਰਾ ਹੈ ਸਮੇਂ ਦੇ ਸਾਹਮਣੇ ਡੈਸ਼ ਪਾਉਣ ਦਾ ਕੋਈ ਫਾਇਦਾ ਨਹੀਂ, ਤਾਂ ਇਸ ਵਿੱਚ ਆਏਗਾ ਤਰਲੇ। ਉਸ ਤੋਂ ਬਾਅਦ ਹੈ ਹੱਥੋਂ ਨਿਕਲਦੇ ਸਮੇਂ ਦੀ ਡੈਸ਼ 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 ਨਾਲ ਇਸ ਨੂੰ ਸਫਲ ਬਣਾਉਣਾ ਚਾਹੀਦਾ ਹੈ, ਤਾਂ ਇਸ ਵਿੱਚ ਆਏਗਾ ਵਰਤੋਂ ਕਰਕੇ, ਵਰਤੋਂ ਨਾਲ। ਤੇ ਪੰਜਵਾਂ ਤੇ ਲਾਸਟ ਹੈ ਕਸ਼ਮੀਰ ਡੈਸ਼ ਡੈਸ਼ ਨਜ਼ਾਰਿਆਂ ਦੀ ਧਰਤੀ ਹੈ, ਤਾਂ ਇਸ ਵਿੱਚ ਆਏਗਾ ਕੁਦਰਤੀ। ਕਸ਼ਮੀਰ ਕੁਦਰਤੀ ਨਜ਼ਾਰਿਆਂ ਦੀ ਧਰਤੀ ਹੈ। ਸੋ ਇਹ ਸੀ ਦੋ ਕਵਿਤਾਵਾਂ ਭਾਈ ਵੀਰ ਸਿੰਘ ਦੀਆਂ, ਸਮਾਂ ਅਤੇ ਟੁਕੜੀ ਜਗ ਤੋਂ ਨਿਆਰੀ। ਪ੍ਰਸ਼ਨ ਉੱਤਰ ਇਹਨਾਂ ਦੇ ਵਿਆਖਿਆ ਕਵਿਤਾਵਾਂ ਦੀ ਤੇ ਜਿਹੜਾ ਔਖੇ ਸ਼ਬਦਾਂ ਦੇ ਅਰਥ। ਸੋ ਵੀਡੀਓ ਦੇਖਣ ਲਈ ਆਪ ਜੀ ਦਾ ਧੰਨਵਾਦ। ਅਗਰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ, ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਧੰਨਵਾਦ ਜੀ। We work very hard to make videos. Please like and share. Also subscribe our channel Punjabi Whiteboard.